ਭਾਈਓ ਵੈਲਕਮ ਟੂ ਯਰ ਬੋਟਨੀ ਲੈਕਚਰ। ਆਪਾਂ ਸਟਾਰਟ ਕੀਤਾ ਸੀ ਡਿਕਟਿਓਟਾ ਦੇ ਵਿੱਚ ਆਪਾਂ ਸਟਰਕਚਰ ਪੜ੍ਹ ਲਿਆ ਸੀ ਤੇ ਅੱਜ ਆਪਾਂ ਸਟਾਰਟ ਕਰਾਂਗੇ ਰੀਪਰੋਡਕਸ਼ਨ। ਹੁਣ ਰੀਪਰੋਡਕਸ਼ਨ ਦੇ ਤਿੰਨੋਂ ਹੀ ਮੈਥਡਸ ਹੈ, ਜਿਵੇਂ ਦੂਸਰੇ ਐਲਗਾ ਦੇ ਵਿੱਚ ਹੁੰਦਾ ਆ ਵੈਜੀਟੇਟਿਵ, ਏਸੈਕਸ਼ੂਅਲ ਤੇ ਸੈਕਸ਼ੂਅਲ ਰੀਪਰੋਡਕਸ਼ਨ। ਇਹ ਸੈਕਸ਼ੂਅਲ ਰੀਪਰੋਡਕਸ਼ਨ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਸੈਕਸ਼ੂਅਲ ਰੀਪਰੋਡਕਸ਼ਨ ਹੁੰਦਾ ਆ ਇਹ ਡਿਕਟਿਓਟਾ ਦੇ ਵਿੱਚ by the formation of adventitious branches or stolons। ਕਈ ਵਾਰ ਜਿਵੇਂ ਉਹ ਆਪਾਂ ਡਿਕਟਿਓਟਾ ਦਾ ਇਸ ਤਰ੍ਹਾਂ ਦਾ ਦੇਖਿਆ ਸੀ ਫਿਲਾਮੈਂਟ ਉੱਪਰ ਇਸ ਤਰ੍ਹਾਂ ਡਾਇਕੋਟੋਮਸ ਬ੍ਰਾਂਚਸ ਆ, ਤਾਂ ਕਿਤੇ ਵੀ ਕੋਈ ਸਮੋਲ ਬਰਡਸ ਅਰਾਈਜ਼ ਕਰ ਜਾਂਦੀਆਂ ਆ ਜਾਂ ਛੋਟੇ ਛੋਟੇ ਬਰਡ ਲਾਈਕ ਸਟਰਕਚਰ ਜਿਨ੍ਹਾਂ ਨੂੰ ਸਟੋਲਨਸ ਵੀ ਕਹਿ ਦਿੰਦੇ ਆ, ਉਹਨਾਂ ਦੇ ਥਰੂ ਇਹ ਸੈਕਸ਼ੂਅਲ ਰੀਪਰੋਡਕਸ਼ਨ ਹੋ ਜਾਂਦਾ ਆ। ਫਿਰ ਕਈ ਵਾਰ ਆ ਜਿਵੇਂ ਫਿਲਾਮੈਂਟ ਆ, ਤੁਹਾਨੂੰ ਪਤਾ ਹੀ ਆ ਫਰੈਗਮੈਂਟੇਸ਼ਨ ਹੋ ਗਈ, ਮੀਨਸ ਕਿਤੋਂ ਵੀ ਫਿਲਾਮੈਂਟ ਜਿਹੜਾ ਬ੍ਰੇਕ ਡਾਊਨ ਹੋ ਗਿਆ ਔਰ ਜਦੋਂ ਫੇਵਰੇਬਲ ਕੰਡੀਸ਼ਨਸ ਆਈ ਰੀਜਨਰੇਟ ਹੋ ਜਾਂਦਾ ਇਨਟੂ ਨਿਊ ਡਿਕਟਿਓਟਾ, ਜਾਂ ਤਾਂ ਟੁੱਟ ਕੇ ਥੱਲੇ ਸਬਸਟ੍ਰੈਟਮ 'ਤੇ ਪਿਆ ਰਹਿੰਦਾ ਹੈ ਜਾਂ ਫਿਰ ਪੇਰੈਂਟ ਪਲਾਂਟ ਨਾਲ ਜੁੜਿਆ ਰਹਿੰਦਾ ਹੈ, ਉਦੋਂ ਹੋ ਜਾਂਦਾ ਹੈ ਰੀਪਰੋਡਕਸ਼ਨ। ਥਰਡ ਟਾਈਪ ਇਜ਼ ਸਪੋਰਸ। ਹੁਣ ਸਪੋਰਸ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪਿਛਲੇ ਐਲਗਾ ਦੇ ਵਿੱਚ ਯੂ ਸਪੋਰਸ ਡਿਵੈਲਪ ਹੁੰਦੇ ਆ, ਇਹਨਾਂ ਦੇ ਵਿੱਚ ਡਿਵੈਲਪ ਹੁੰਦੇ ਆ ਐਪਲੈਨੋਸਪੋਰਸ। ਐਪਲੈਨੋਸਪੋਰਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ ਔਨ ਸਪੋਰੋਫਿਟਿਕ ਥੈਲਾਈ। ਇਹ ਸਿੰਗਲੀ ਅਰਾਈਜ਼ ਕਰਦੇ ਆ ਜਾਂ ਫਿਰ ਗਰੁੱਪ ਔਨ ਬੋਥ ਸਰਫੇਸ ਆਫ ਦਾ ਥੈਲਸ, ਮਤਲਬ ਉੱਪਰ ਵੀ ਡਿਵੈਲਪ ਹੋ ਸਕਦੇ ਆ ਅਤੇ ਨੀਚੇ ਵੀ ਡਿਵੈਲਪ ਹੋ ਸਕਦੇ ਆ, ਦੋਨੋਂ ਤਰਫ ਡਿਵੈਲਪ ਹੋ ਸਕਦੇ ਆ। ਹੁਣ ਇਹਦੇ ਵਿੱਚ ਸਪੋਰ ਡਿਵੈਲਪ ਕਿੱਦਾਂ ਹੋਣਾ ਆ ਦੇਖੋ, ਮੇਨ ਫਿਲਾਮੈਂਟ ਆ, ਇਹਦਾ ਕੋਈ ਵੀ ਇੱਕ ਸੈੱਲ ਸੁਪਰਫਿਸ਼ੀਅਲ ਮਤਲਬ ਉੱਪਰੋਂ ਕੋਈ ਵੀ ਇੱਕ ਸੈੱਲ ਪ੍ਰੋਟਰੂਡ ਕਰਨਾ ਮਤਲਬ ਬਾਹਰ ਨੂੰ ਥੋੜ੍ਹਾ ਜਿਹਾ ਗਰੋ ਕਰਨਾ ਆ, ਵਧਣਾ ਆ ਥੋੜ੍ਹਾ ਜਿਹਾ। ਫਿਰ ਇਹਨੇ ਹੋਰ ਨੋਰਮਲ ਜਿਹੜਾ ਸੈੱਲ ਆ ਨੀਚੇ ਵਾਲਾ ਦੇਖੋ, ਇਹ ਸੈੱਲ ਆ, ਇਹਦੇ ਤੋਂ ਇਹਦਾ ਸਾਈਜ਼ ਜਿਹੜਾ ਆ ਇਨਕਰੀਜ਼ ਹੋਣਾ ਆ ਅਤੇ ਇਸੇ ਸੈੱਲ ਨੇ ਦੋ ਪਾਰਟਸ 'ਚ ਡਿਵਾਈਡ ਕਰ ਜਾਣਾ ਆ। ਉੱਪਰ ਵਾਲੇ ਨੂੰ ਅਸੀਂ ਕਹਿੰਦੇ ਹਾਂ ਸਪੋਰੋਗੋਨੀਅਮ ਇਨੀਸ਼ੀਅਲ ਜਾਂ ਸਪੋਰੋਗੋਨੀਅਮ, ਅਤੇ ਨੀਚੇ ਇਹਦੇ ਸਟਾਕ ਬਣਨਾ ਆ। ਸੈਕਿੰਡ ਡਾਇਗਰਾਮ 'ਚ ਦੇਖੋ, ਇੱਥੇ ਤਾਂ ਇਹਨੇ ਡਿਵਾਈਡ ਹੋਣਾ ਹੀ ਸ਼ੁਰੂ ਹੋਇਆ। ਸੈਕਿੰਡ ਡਾਇਗਰਾਮ 'ਚ ਦੇਖੋ, ਆਹ ਦੋ ਪਾਰਟਸ 'ਚ ਡਿਵਾਈਡ ਕੀਤਾ ਆ, ਪ੍ਰਾਇਮਰੀ ਸਪੋਰੋਗੋਨੀਅਮ ਗੋਨੀਅਲ ਸੈੱਲ ਅਤੇ ਨੀਚੇ ਆਹ ਵਾਲਾ ਜਿਹੜਾ ਹੈਗਾ ਇਹ ਸਟਾਕ ਸੈੱਲ ਆ। ਇਹਦਾ ਸਾਈਜ਼ ਥੋੜ੍ਹਾ ਜਿਹਾ ਦੇਖੋ ਹੋਰ ਇਨਕਰੀਜ਼ ਹੋਇਆ। ਅਤੇ ਹੁਣ ਨਾਲ ਦੀ ਨਾਲ ਕੀ ਹੋਣਾ ਆ, ਇਹਦੇ ਅੰਦਰ ਜਿਵੇਂ ਇਹ ਜਿਹੜਾ ਪਹਿਲਾਂ ਇਹਦੇ ਵਿੱਚ ਟਰਾਂਸਵਰਸ ਡਿਵੀਜ਼ਨ ਹੋਣੀ ਹੈ। ਟਰਾਂਸਵਰਸ ਡਿਵੀਜ਼ਨ ਮਤਲਬ ਆਹ ਵਾਲੀ ਡਿਵੀਜ਼ਨ ਹੋਣੀ ਹੈ ਇਸ ਤਰ੍ਹਾਂ, ਅਤੇ ਦੋ ਸੈੱਲ ਬਣੇ, ਥੱਲੇ ਵਾਲਾ ਜਿਹੜਾ ਆ ਉਹ ਸਟਾਕ ਸੈੱਲ ਹੋ ਗਿਆ ਔਰ ਉੱਪਰ ਵਾਲਾ ਜਿਹੜਾ ਆ ਉਹ ਸਪੋਰੋਗੋਨੀਅਲ ਸੈੱਲ ਹੋਇਆ। ਹੁਣ ਇਹ ਜਿਹੜਾ ਇਹਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਹੈ ਸਪੋਰੋਗੋਨੀਅਮ ਦੇ ਅੰਦਰ, ਜਿਹੜਾ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਆ, ਇਸ ਨਿਊਕਲੀਅਸ ਵਿੱਚ ਮਿਓਸਿਸ ਹੁੰਦੀ ਆ ਅਤੇ ਥਰੂ ਮਿਓਸਿਸ ਇਹ 4 ਹੈਪਲੋਇਡ ਡਾਟਰ ਨਿਊਕਲੀਆਈ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ। ਆਹ ਦੇਖੋ ਡਾਇਗਰਾਮ ਦੇ ਵਿੱਚ ਦਿਖ ਵੀ ਰਿਹਾ ਆ ਕਿ 4 ਨਿਊਕਲੀਆਈ, 2 ਬਣੇ, 2 ਇਹਦੇ ਬੈਕ ਸਾਈਡ 'ਤੇ ਆਣੇ ਆ, ਆਪਾਂ ਨੂੰ ਦਿਖਣੇ 2 ਜਾਂ 3 ਹੀ। ਆਹ ਦੇਖੋ ਇੱਦਾਂ ਦਿਖਦੇ ਨਹੀਂ ਹੈਗੇ, ਪਿਛਲੀ ਸਾਈਡ ਹੁੰਦੇ ਆ, ਪਰ ਇਸ ਤਰ੍ਹਾਂ 4 ਹੈਪਲੋਇਡ ਡਾਟਰ ਨਿਊਕਲੀਆਈ ਬਣਦੇ ਆ ਥਰੂ ਮੀਓਸਿਸ, ਠੀਕ ਹੈ। ਫਿਰ ਹੁਣ ਇਹ ਜਿਹੜਾ ਇਹਦੇ ਵਿੱਚ ਪ੍ਰੋਟੋਪਲਾਜ਼ਮ ਭਰਿਆ ਹੁੰਦਾ ਆ, ਉਸ ਪ੍ਰੋਟੋਪਲਾਜ਼ਮ ਨੇ ਵੀ 4 ਹਿੱਸਿਆਂ 'ਚ ਜਾਂ 4 ਫਰੈਗਮੈਂਟਸ 'ਚ ਡਿਵਾਈਡ ਹੋ ਜਾਣਾ ਆ। ਨਾਲ ਦੀ ਨਾਲ ਕੀ ਹੋਣਾ ਆ, ਹੁਣ ਸੈਕਸ ਡਿਟਰਮੀਨੇਸ਼ਨ ਵੀ ਹੋ ਜਾਂਦਾ ਆ। ਸੈਕਸ ਮਤਲਬ ਮੇਲ ਔਰ ਫੀਮੇਲ ਡਿਟਰਮੀਨੇਸ਼ਨ, ਮੇਲ ਪਲਾਂਟ ਹੈ ਕਿ ਫੀਮੇਲ ਪਲਾਂਟ ਹੈ, ਇਹ ਡਿਟਰਮੀਨੇਸ਼ਨ ਨਾਲ ਹੀ ਹੋ ਜਾਂਦਾ ਹੈ। ਤਾਂ ਜਿਹੜੇ 4 ਪ੍ਰੋਟੋਪਲਾਜ਼ਮਿਕ ਪੀਸਿਸ ਸੀਗੇ ਉਹਦੇ ਵਿੱਚੋਂ 2 ਮੇਲ ਕਹਿਲਾਣੇ ਆ ਅਤੇ 2 ਜਿਹੜੇ ਉਹ ਫੀਮੇਲ ਪਲਾਂਟ 'ਚ ਡਿਵੈਲਪ ਹੋਣੇ ਆ ਜਾਂ ਫੀਮੇਲ ਨਿਊਕਲੀਆਈ ਕਹਿਲਾਣੇ ਆ। ਹੁਣ ਜਿਹੜੀ ਇਹਨਾਂ ਦੇ ਵਿੱਚ ਵਾਲ ਸੀਗੀ ਬਾਹਰ, ਸਪੋਰੈਂਜੀਅਮ ਦੀ ਜਿਹੜੀ ਆਹ ਵਾਲੀ ਵਾਲ ਹੈ, ਇਹ ਵਾਲ ਜਿਹੜੀ ਹੈ ਇਹ ਡਿਸਇੰਟੀਗ੍ਰੇਟ ਹੋਣੀ ਆ, ਫਟ ਜਾਣੀ ਆ, ਅਤੇ ਆਹ ਜਿਹੜੇ ਸਪੋਰਸ ਬਣੇ ਆ ਇਹ ਬਾਹਰ ਲਿਬਰੇਟ ਹੋ ਜਾਣੇ ਆ, ਠੀਕ ਹੈ। ਆਹ ਦੇਖੋ ਇਹ ਪੂਰਾ ਬਣਿਆ ਸੀਗਾ ਟੈਟਰਾਇਡ ਸਪੋਰਸ,
ਇੱਥੋਂ ਇਹ ਲਿਬਰੇਟ ਹੋ ਜਾਣੇ ਆ ਸਪੋਰਸ ਜਿਹੜੇ ਆ। ਔਰ ਇਹ ਜਿਹੜੇ ਸਪੋਰਸ ਆ ਇਹਨਾਂ ਤੋਂ ਕੀ ਬਣਨਾ ਆ, 4 ਹੈਪਲੋਇਡ ਨੇਕਡ ਜਿਹੜੇ ਐਪਲੈਨੋਸਪੋਰਸ ਲਿਬਰੇਟ ਹੁੰਦੇ ਆ, ਉਹਨਾਂ ਦੇ ਵਿੱਚ ਇੱਕ ਨਿਊਕਲੀਆਈ ਹੁੰਦਾ ਆ। ਤਾਂ ਇਹ ਫਰਦਰ ਜਿਹੜੇ ਲਿਬਰੇਟਡ ਐਪਲੈਨੋਸਪੋਰਸ ਆ ਇਹ ਨਵੇਂ ਡਿਕਟਿਓਟਾ ਦੇ ਵਿੱਚ ਓਰੀਜੀਨੇਟ ਹੁੰਦੇ ਆ ਜਾਂ ਡਿਵੈਲਪ ਹੁੰਦੇ ਆ। ਹੁਣ ਕਈ ਵਾਰ ਕੁਝ ਸਾਇੰਟਿਸਟ ਜਿਹੜੇ ਆ ਇਹ ਸਪੋਰਸ ਨੂੰ ਕੁਝ ਸਾਇੰਟਿਸਟ ਟੈਟਰਾਸਪੋਰਸ ਕਹਿੰਦੇ ਆ ਜਾਂ ਫਿਰ ਸਪਰੈਂਜੀਅਮ ਜਾਂ ਫਿਰ ਟੈਟਰਾਸਪਰੈਂਜੀਅਮ ਕਹਿੰਦੇ ਆ, ਪਰ ਇਹ ਟਰਮਸ ਕਨਫਿਊਜ਼ਨ ਕ੍ਰੀਏਟ ਕਰਦੀਆਂ, ਮਿਸਲੀਡਿੰਗ, ਕਿਉਂਕਿ ਸਪਰੈਂਜੀਆ ਡਿਕਟਿਓਟਾ ਦਾ ਜਿਹੜਾ ਆ ਉਹ ਯੂਨੀਲੋਕੂਲਰ ਮਤਲਬ ਆ ਦੇਖੋ ਸਿੰਗਲ ਲੋਬ ਹੀ ਤੁਹਾਨੂੰ ਉੱਪਰ ਡਾਇਗਰਾਮ ਦੇ ਵਿੱਚ ਦਿਖਿਆ ਸੀਗਾ, ਕੋਈ ਉਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਨਹੀਂ ਹੈਗਾ ਵਿਦ ਟੈਟਰਾਸਪਰੈਂਜੀਅਮ ਆਫ ਰੋਡੋਫਾਈਟਾ। ਹੁਣ ਜਿਹੜੇ ਲਿਬਰੇਟਡ ਐਪਲੈਨੋਸਪੋਰਸ ਆ ਉਹ ਸਫੈਰੀਕਲ ਹੁੰਦੇ ਆ, ਤੁਹਾਨੂੰ ਆ ਉੱਪਰ ਦਿਖਿਆ ਹੀ ਆ, ਰਾਊਂਡਡ ਸਟਰਕਚਰ ਆ ਬਾਲ ਵਰਗਾ ਸਫੈਰੀਕਲ, ਅਤੇ ਇਹਦੇ ਵਿੱਚ ਆਲੇ ਦੁਆਲੇ ਜਿਹੜੀ ਵਾਲ ਹੁੰਦੀ ਆ ਸਪੋਰ ਦੇ ਉਹ ਸੈਲੂਲੋਜ਼ ਦੀ ਬਣੀ ਹੁੰਦੀ ਆ, ਪਤਲੀ ਹੁੰਦੀ ਆ, ਅਤੇ ਥੱਲੇ ਸੈਟਲ ਡਾਊਨ ਹੋ ਜਾਂਦੇ ਆ ਔਨ ਦਾ ਸਬਸਟ੍ਰੈਟਮ। ਹੁਣ ਜਦੋਂ ਫਿਰ ਇਹਨਾਂ ਦਾ ਜਰਮੀਨੇਸ਼ਨ ਸ਼ੁਰੂ ਹੁੰਦਾ ਆ ਤਾਂ ਡਾਇਰੈਕਟਲੀ ਇਹ ਜਰਮੀਨੇਟ ਹੋ ਜਾਂਦੇ ਆ ਇਨਟੂ ਨਿਊ ਗੈਮੀਟੋਫਿਟਿਕ ਪਲਾਂਟ। ਤਾਂ ਇਹ ਚੀਜ਼ ਬਾਰ-ਬਾਰ ਆਉਣੀ ਆ, ਸਪੋਰਸ ਤੋਂ ਬਣਨਾ ਆ ਗੈਮੀਟੋਫਿਟਿਕ ਪਲਾਂਟ, ਇੰਨਾ ਯਾਦ ਰੱਖਣਾ ਆ। ਸਪੋਰ ਜਿਹੜਾ ਆ ਉਹ ਲੰਬਾ ਹੁੰਦਾ ਆ, ਇਲੋਂਗੇਟ ਮਤਲਬ ਲੰਬਾ, ਅਤੇ ਡਿਵਾਈਡ ਕਰਦਾ ਆ ਬਾਏ ਸੈਪਟਮ ਇਨਟੂ 2 ਸੈਲ। ਤਾਂ ਆ ਜਿਹੜਾ ਸਪੋਰ ਆ ਇਹਨੇ ਇਸ ਤਰ੍ਹਾਂ ਇਲੋਂਗੇਟ ਹੋ ਕੇ ਇਹਦੇ ਵਿੱਚ ਇੱਕ ਸੈਪਟਮ ਡਿਵੈਲਪ ਹੋ ਜਾਣਾ ਆ, ਸੈਪਟਮ ਨਾਲ ਇਹ 2 ਹਿੱਸਿਆਂ 'ਚ ਡਿਵਾਈਡ ਹੋ ਜਾਣਾ ਆ। ਅੱਪਰ ਸੈਲ ਜਿਹੜਾ ਆ ਉਹ ਐਪੀਕਲ, ਆਪਾਂ ਕੱਲ੍ਹ ਪਿਛਲੇ ਲੈਕਚਰ 'ਚ ਪੜ੍ਹਿਆ ਸੀਗਾ, ਇਸ ਤਰ੍ਹਾਂ ਦਾ ਐਪੀਕਲ ਬਣਾਇਆ ਸੀਗਾ, ਆ ਐਪੀਕਲ ਸੈਲ ਸੀਗੇ, ਥੱਲੇ ਫਿਰ ਪੈਰੀਫਰੀ 'ਤੇ ਸੈਲ ਸੀਗੇ, ਸੈਂਟਰ ਦੇ ਵਿੱਚ ਮੈਡਿਊਲਾ, ਇਸ ਤਰ੍ਹਾਂ ਦਾ ਹੀ ਸਟਰਕਚਰ ਬਣਾਇਆ ਸੀ ਇੱਕ ਸੈਲ ਦਾ, ਮੈਡਿਊਲਾ ਵਰਗਾ। ਮੈਂ ਥੋੜ੍ਹਾ ਆਹ ਦੇਖੋ ਇੱਥੇ ਬਣਿਆ ਵੀ ਹੋਇਆ ਆ, ਆਹ ਵਾਲਾ ਉੱਪਰ ਅਪਰ ਐਪੀਡਰਮਿਸ, ਲੋਅਰ ਐਪੀਡਰਮਿਸ, ਸੈਂਟਰ ਦੇ ਵਿੱਚ ਆਹ ਮੈਡਿਊਲਾ, ਇਹ ਫਸਟ ਡੇ ਆਪਾਂ ਪੜ੍ਹਿਆ ਸੀਗਾ। ਤਾਂ ਇਸ ਤਰ੍ਹਾਂ ਇਹ ਐਪੀਕਲ ਸੈਲ ਜਿਹੜਾ ਆ ਉੱਥੋਂ ਡਿਵੀਜ਼ਨ ਸ਼ੁਰੂ ਹੋਣੀ ਆ, ਅਤੇ ਪੂਰਾ ਇਸ ਤਰ੍ਹਾਂ ਦਾ ਜਿਹੜਾ ਸਟਰਕਚਰ ਆ ਡਿਕਟਿਓਟਾ ਦਾ ਉਹ ਬਣ ਜਾਣਾ ਆ। ਅਤੇ ਉਹ ਦਿਖੂਗਾ ਕਿੱਦਾਂ ਸਾਨੂੰ, ਇਸ ਤਰ੍ਹਾਂ ਦਾ ਬ੍ਰਾਂਚਿਸ ਜਿਹੜੀਆਂ ਆ, ਮੇਨ ਡਾਇਗਰਾਮ ਜਿਹੜਾ ਅਸੀਂ ਉਸ ਦਿਨ ਬਣਾਇਆ ਸੀਗਾ, ਇਸ ਤਰ੍ਹਾਂ ਦਾ ਸਟਰਕਚਰ ਬਾਅਦ 'ਚ ਫੁੱਲੀ ਡਿਵੈਲਪ ਹੋ ਕੇ ਦਿਖਣ ਲੱਗ ਪੈਣਾ ਹੈ। ਇਹ ਤਾਂ ਸੀਗਾ ਇਹ ਸੈਕਸ਼ੂਅਲ ਰੀਪਰੋਡਕਸ਼ਨ। ਦੈਨ ਅਸੀਂ ਨੈਕਸਟ ਪੜ੍ਹਦੇ ਹਾਂ ਸੈਕਸ਼ੂਅਲ ਰੀਪਰੋਡਕਸ਼ਨ। ਹੁਣ ਸੈਕਸ਼ੂਅਲ ਰੀਪਰੋਡਕਸ਼ਨ ਜਿਹੜਾ ਆ ਉਹ ਵੈਰੀ ਇਹ 'ਚ ਇੰਪੋਰਟੈਂਟ ਆ। ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਹੈਗਾ, ਜਿਹੜਾ ਇਹਦੇ ਵਿੱਚ ਉਹੀ ਓਗੈਮਸ ਟਾਈਪ ਆਫ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਆ। ਓਗੈਮਸ ਦਾ ਮਤਲਬ ਮੇਲ ਰੀਪਰੋਡਕਟਿਵ ਆਰਗਨ ਅਤੇ ਫੀਮੇਲ ਰੀਪਰੋਡਕਟਿਵ ਆਰਗਨ। ਹੁਣ ਮੇਲ ਰੀਪਰੋਡਕਟਿਵ ਆਰਗਨ ਉਹੀ ਐਂਥਰੀਡੀਆ ਹੁੰਦਾ ਆ, ਅਤੇ ਫੀਮੇਲ ਰੀਪਰੋਡਕਟਿਵ ਆਰਗਨ ਓਗੋਨੀਆ ਹੁੰਦਾ ਆ। ਇਹ ਪਲਾਂਟ ਡਾਇਓਸ਼ੀਅਸ ਆ, ਡਾਇਓਸ਼ੀਅਸ ਦਾ ਮਤਲਬ ਮੇਲ ਔਰ ਫੀਮੇਲ ਸੈਕਸ ਆਰਗਨਸ ਜਿਹੜੇ ਆ ਡਿਵੈਲਪ ਔਨ ਸੈਪਰੇਟ ਥੈਲਾਈ, ਮਤਲਬ ਮੇਲ ਥੈਲਾਈ ਅਲੱਗ, ਮੇਲ ਜਿਹੜਾ ਆਰਗਨ ਆ ਉਹ ਅਲੱਗ ਥੈਲਸ ਦੇ ਵਿੱਚ ਹੁੰਦਾ ਆ, ਫੀਮੇਲ ਅਲੱਗ। ਹੁਣ ਸੈਕਸ ਆਰਗਨਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ ਸੁਪਰਫਿਸ਼ੀਅਲ ਗਰੁੱਪਸ, ਜਿਹਨੂੰ ਆਪਾਂ ਕਹਿੰਦੇ ਆ ਸੋਰਾਏ। ਤਾਂ ਆ ਜਿਵੇਂ ਫੀਮੇਲ ਸੈਕਸ ਆਰਗਨ ਆ ਤਾਂ ਪੂਰੇ ਨੂੰ ਸੋਰਾਏ ਕਹਿੰਦੇ ਆ, ਔਰ ਓਗੋਨੀਅਲ ਸੋਰਾਏ ਇੱਦਾਂ ਹੀ ਐਂਥਰੀਡੀਅਲ ਸੋਰਾਏ। ਓਗੋਨੀਅਲ ਸੋਰਾਏ ਦੇ ਵਿੱਚ ਓਗੋਨੀਅਮ ਹੋਏਗਾ ਔਰ ਐਂਥਰੀਡੀਅਲ ਸੋਰਾਏ ਦੇ ਵਿੱਚ ਐਂਥਰੀਡੀਅਮ ਹੋਏਗਾ। ਅਤੇ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਓਗੋਨੀਆ। ਓਗੋਨੀਆ ਦਾ ਡਿਵੈਲਪਮੈਂਟ ਕੀ ਹੁੰਦਾ ਆ, ਓਗੋਨੀਅਲ ਸੋਰਾਏ ਜਿਹੜਾ ਆ ਉਹ ਕਿਸੇ ਵੀ ਫੀਮੇਲ ਗੈਮੀਟੋਫਿਟਿਕ ਥੈਲਸ ਦੇ ਕਿਸੇ ਵੀ ਸਰਫੇਸ 'ਤੇ ਗਰੋ ਕਰ ਦਿੰਦਾ, ਮਤਲਬ ਆਹ ਅੱਪਰ ਸਾਈਡ ਆ ਲੋਅਰ ਸਾਈਡ ਕਿਤੇ ਵੀ ਇਹ ਡਿਵੈਲਪ ਹੋ ਸਕਦਾ ਆ। ਹੁਣ ਇੱਕ ਸੋਰਸ ਦੇ ਵਿੱਚ ਜਿਹੜੇ ਓਗੋਨੀਅਮ ਹੁੰਦੇ ਆ ਉਹ ਡਿਵੈਲਪ ਹੁੰਦੇ ਆ ਸਿੰਗਲ ਸੁਪਰਫਿਸ਼ੀਅਲ ਸੈੱਲ।
ਤੇ ਜਿਹੜੇ ਸੈੱਲ ਤੋਂ ਇਹਨਾਂ ਨੇ ਡਿਵੈਲਪ ਹੋਣਾ ਸਟਾਰਟ ਹੋਣਾ ਆ ਉਹਨੂੰ ਅਸੀਂ ਓਗੋਨੀਅਲ ਇਨੀਸ਼ੀਅਲ ਕਹਿੰਦੇ ਆ ਦੇਖੋ ਇੱਥੇ ਆ ਸਿੰਗਲ ਸੈੱਲ ਆ ਅਪਰ ਇਪੀਡਰਮਿਸ ਸੀ ਅਪਰ ਇਪੀਡਰਮਿਸ ਦੇ ਕਿਸੇ ਵੀ ਸੈੱਲ ਤੋਂ ਉਹਨੂੰ ਅਸੀਂ ਸੁਪਰਫਿਸ਼ੀਅਲ ਸੈੱਲ ਕਹਿ ਦਈਦਾ ਆ ਉਹਨੇ ਇਸ ਤਰ੍ਹਾਂ ਇਲੋਂਗੇਟ ਹੋਣਾ ਸ਼ੁਰੂ ਹੋਣਾ ਆ ਬਾਹਰ ਨੂੰ ਪ੍ਰੋਟਰੂਡ ਜਾਂ ਵਧਣਾ ਸ਼ੁਰੂ ਹੋਣਾ ਆ ਤੇ ਇਹਨੂੰ ਅਸੀਂ ਓਗੋਨੀਅਮ ਇਨੀਸ਼ੀਅਲ ਕਹਿਣਾ ਆ ਇੱਥੋਂ ਹੀ ਪੂਰਾ ਓਗੋਨੀਅਮ ਜਿਹੜਾ ਆ ਉਹ ਡਿਵੈਲਪ ਹੋ ਜਾਣਾ ਆ ਹੁਣ ਇਹ ਜਿਹੜਾ ਸੈੱਲ ਆ ਇਹ ਬਣਿਆ ਸੀ ਆ ਸੁਪਰਫਿਸ਼ੀਅਲ ਸੈੱਲ ਤੇ ਇਹ ਇਲੋਂਗੇਟ ਹੋਣਾ ਸ਼ੁਰੂ ਹੁੰਦਾ ਆ 3 ਤੋਂ 4 ਟਾਈਮ ਲੌਂਗਰ ਹੋ ਜਾਂਦਾ ਆ ਓਰੀਜਨਲ ਲੈਂਥ ਤੋਂ ਔਰ ਇਹਦੇ ਵਿੱਚ ਕੀ ਹੋਣਾ ਆ ਏਸਿਮੈਟ੍ਰਿਕ ਮਤਲਬ ਜਿਹੜੀ ਰੈਗੂਲਰ ਨਹੀਂ ਹੁੰਦੀ ਸਿਮੈਟ੍ਰੀਕਲ ਨਹੀਂ ਹੁੰਦੀ ਏਸਿਮੈਟ੍ਰੀਕਲ ਟਰਾਂਸਵਰਸ ਡਿਵੀਜ਼ਨ ਇਹਦੇ ਵਿੱਚ ਹੋਣੀ ਆ ਇਨੀਸ਼ੀਅਲ ਸੈੱਲ ਵਿੱਚ ਤੇ ਉਹੀ ਇਹ 'ਚ ਵੀ 2 ਸੈੱਲ ਬਣਨੇ ਆ ਥੱਲੇ ਛੋਟਾ ਜਿਹਾ ਸਟਾਕ ਸੈੱਲ ਹੋ ਜਾਣਾ ਆ ਤੇ ਜਿਹੜਾ ਲਾਰਜਰ ਆ ਉਹ ਬਣ ਜਾਣਾ ਆ ਅਪਰ ਪ੍ਰਾਇਮਰੀ ਓਗੋਨੀਅਲ ਸੈੱਲ ਹੁਣ ਜਿਹੜਾ ਪ੍ਰੋਟੋਪਲਾਜ਼ਮ ਓਗੋਨੀਅਮ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ ਉਹ ਕਨਵਰਟ ਹੋ ਜਾਂਦਾ ਆ ਸਿੰਗਲ ਐਗ ਜਾਂ ਓਵਮ ਦੇ ਵਿੱਚ ਤਾਂ ਦੇਖੋ ਬੇਟਾ ਆ ਫਸਟ ਡਾਇਗਰਾਮ ਦੇ ਵਿੱਚ ਆਹ ਸੈੱਲ ਨੇ ਉੱਪਰ ਨੂੰ ਪ੍ਰੋਟਰੂਡ ਹੋਇਆ ਇਲੋਂਗੇਟ ਹੋਣਾ ਸ਼ੁਰੂ ਹੋਇਆ ਆ ਫਿਰ ਥੋੜ੍ਹੇ ਜਿਹੇ ਹੋਰ ਇਲੋਂਗੇਟ ਹੋਏ ਇਹਦੇ ਵਿੱਚ ਜਿਹੜਾ ਪ੍ਰੋਟੋਪਲਾਜ਼ਮ ਸੀਗਾ ਪ੍ਰੋਟੋਪਲਾਜ਼ਮ ਨੇ ਕੀ ਬਣਾਉਣਾ ਹੈ ਕਨਵਰਟ ਹੋ ਜਾਣਾ ਇਨਟੂ ਓਵਮ ਜਾਂ ਓਗੋਨੀਅਮ ਜਾਂ ਐਗ ਓਗੋਨੀਆ ਤਾਂ ਹੈਗਾ ਹੀ ਹੈਗਾ ਆ ਠੀਕ ਹੈ ਆ ਪੂਰੇ ਹੁਣ ਇਹ ਜਿਹੜੇ ਇੱਕ ਓਗੋਨੀਅਮ ਨਹੀਂ ਬਣਦਾ ਬਹੁਤ ਸਾਰੇ ਓਗੋਨੀਅਮ ਆ ਔਰ ਸਾਰੇ ਓਗੋਨੀਅਮ ਇੱਕ ਢੱਕਣ ਨਾਲ ਢਕੇ ਹੁੰਦੇ ਆ ਜਿਹਨੂੰ ਆਪਾਂ ਇਨਵੋਲਿਊਕਰ ਕਹਿੰਦੇ ਆ ਇੱਥੇ ਆ ਦੇਖੋ ਥਰਡ ਡਾਇਗਰਾਮ ਦੇ ਵਿੱਚ ਇਹਨੂੰ ਕੰਬਾਈਨਲੀ ਆਪਾਂ ਓਗੋਨੀਅਲ ਸੋਰਸ ਕਹਿ ਦਈਦਾ ਸੋਰਸ ਮਤਲਬ ਬਹੁਤ ਸਾਰੇ ਸੋਰਸ ਜਾਂ ਸੋਰਾਏ ਬਹੁਤ ਸਾਰੇ ਓਗੋਨੀਆ ਇੱਕ ਕੱਪ ਦੇ ਵਿੱਚ ਜਾਂ ਇੱਕ ਢੱਕਣ ਦੇ ਥੱਲੇ ਸਿਮਟੇ ਹੁੰਦੇ ਆ ਉਹਨੂੰ ਆਪਾਂ ਕਹਿ ਦਿੰਦੇ ਆ ਸੋਰਸ ਹੁਣ ਜੇ ਸਟਰਕਚਰ ਆਫ ਮੈਚਿਓਰ ਓਗੋਨੀਅਲ ਦੀ ਗੱਲ ਕਰੀਏ ਤਾਂ ਮੈਚਿਓਰ ਓਗੋਨੀਅਲ ਸੋਰਸ ਇੱਕ ਸੋਰਸ ਦੇ ਵਿੱਚ 25 ਤੋਂ 50 ਵੀ ਓਗੋਨੀਅਮ ਜਿਹੜੇ ਹੋ ਸਕਦੇ ਆ ਇਹਨੂੰ ਤੁਸੀਂ 15-20 ਆ ਕਾਊਂਟ ਕਰ ਸਕਦੇ ਆ ਇੰਨੇ ਓਗੋਨੀਅਮ ਇੱਕ ਸੋਰਸ ਦੇ ਵਿੱਚ ਹੁੰਦੇ ਆ ਫਿਰ ਜੇ ਹੋਰ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ ਨਿਊਕਲੀਅਰ ਤਾਂ ਦੇਖੋ ਪ੍ਰੈਜ਼ੈਂਟ ਹੈਗਾ ਹੀ ਆ ਮੈਚਿਓਰ ਓਗੋਨੀਅਲ ਠੀਕ ਹੈ ਇਹ ਜਿਹੜੇ ਆ ਫਾਲਸ ਇਨਵੋਲਿਊਕਰ ਢੱਕਣ ਦੇ ਵਿੱਚ ਕਵਰਡ ਹੁੰਦੇ ਆ ਸਾਰੇ ਓਗੋਨੀਅਮ ਔਰ ਹਰ ਓਗੋਨੀਅਮ ਦੇ ਵਿੱਚ ਇੱਕ ਸਿੰਗਲ ਬੇਸਲ ਸਟਾਕ ਹੋਏਗਾ ਤੇ ਉੱਪਰ ਓਵਲ ਬਾਡੀ ਇਹ ਅਸੀਂ ਆ ਦੇਖ ਚੁੱਕੇ ਹਾਂ ਕਿ ਥੱਲੇ ਆ ਦੇਖੋ ਸਟਾਕ ਹੈ ਉਹ ਆ ਵਾਲਾ ਤੇ ਉੱਪਰ ਆ ਬੇਸਲ ਓਗੋਨੀਅਲ ਬਾਡੀ ਆ ਠੀਕ ਹੈ ਜਦੋਂ ਹੁਣ ਜਿਹੜੇ ਹਰ ਬਾਡੀ ਦੇ ਵਿੱਚ ਇੱਕ ਸਿੰਗਲ ਹਰ ਓਗੋਨੀਅਮ ਦੇ ਵਿੱਚ ਇੱਕ ਸਿੰਗਲ ਨਿਊਕਲੀਅਸ ਹੁੰਦਾ ਆ ਔਰ ਇਹ ਨੌਨ ਫਲੈਜੀਲੇਟਡ ਹੈ ਕਿਤੇ ਵੀ ਤੁਹਾਨੂੰ ਦੇਖੋ ਫਲੈਜੇਲਾ ਨਹੀਂ ਦਿਖ ਰਿਹਾ ਆ ਐਗ ਅਸੀਂ ਕਹਿ ਸਕਦੇ ਹਾਂ ਓਵਮ ਕਹਿ ਸਕਦੇ ਹਾਂ ਉਹਨੂੰ ਬਰਾਊਨ ਕਲਰ ਦਾ ਹੁੰਦਾ ਆ ਤੇ ਜਦੋਂ ਮੈਚਿਓਰ ਹੋ ਜਾਂਦਾ ਆ ਤਾਂ ਓਗੋਨੀਅਲ ਵਾਲ ਜਿਹੜੀ ਆ ਜੈਲੇਟਿਨਾਈਜ਼ ਹੁੰਦੀ ਆ ਮਤਲਬ ਉਹ 'ਚ ਇੱਕ ਲਿਕੁਇਡ ਜਿਹਾ ਭਰ ਜਾਂਦਾ ਆ ਜਿਹਦੇ ਨਾਲ ਉਹ ਜੈਲੀ ਜਿਹੀ ਸੌਫਟ ਹੋ ਜਾਂਦੀ ਹੈ ਕਹਿ ਸਕਦੇ ਹਾਂ ਟਿਪ ਤੋਂ ਤੇ ਇਹ ਫਟ ਜਾਂਦੀ ਆ ਫਟਣ ਲਈ ਇਹ ਢਿੱਲੀ ਹੁੰਦੀ ਆ ਜਾਂ ਕਹਿ ਲਓ ਜਲ ਜਿਹੀ ਵਾਲੀ ਹੁੰਦੀ ਆ ਤਾਂ ਕਿ ਐਗ ਜਾਂ ਓਵਮ ਜਿਹੜਾ ਬਾਹਰ ਲਿਬਰੇਟ ਹੋ ਸਕੇ ਇਨ ਦਾ ਸਰਾਊਂਡਿੰਗ ਵਾਟਰ ਔਰ ਫਰਟੀਲਾਈਜੇਸ਼ਨ ਬਾਹਰ ਹੁੰਦਾ ਆ ਤਾਂ ਬੇਟਾ ਜਿੰਨੇ ਵੀ ਪਿੱਛੇ ਅਸੀਂ ਮੈਂਬਰਸ ਪੜ੍ਹੇ ਆ ਸਾਰਿਆਂ ਦੇ ਵਿੱਚ ਫਰਟੀਲਾਈਜੇਸ਼ਨ ਅੰਦਰ ਹੀ ਹੁੰਦਾ ਸੀਗਾ ਓਗੋਨੀਆ ਦੇ ਜ਼ਾਈਗੋਟ ਵੀ ਅੰਦਰ ਬਣਦਾ ਸੀ ਫਿਰ ਜ਼ਾਈਗੋਟ ਬਾਹਰ ਲਿਬਰੇਟ ਹੋ ਕੇ ਫਿਰ ਅੱਗੇ ਜਰਮੀਨੇਸ਼ਨ ਕਰਦਾ ਸੀ ਪਰ ਡਿਕਟਿਓਟਾ ਦੇਖੋ ਇੱਥੇ ਡਿਫਰੈਂਟ ਆ ਡਿਕਟਿਓਟਾ ਦੇ ਵਿੱਚ ਓਵਮ ਜਿਹੜਾ ਆ ਬਣ ਕੇ ਹਰ ਓਗੋਨੀਅਮ ਤੋਂ ਓਵਮ ਜਿਹੜਾ ਆ ਬਾਹਰ ਨਿਕਲ ਜਾਂਦਾ ਆ ਔਰ ਬਾਹਰ ਫਿਰ ਉਹਦਾ ਫਰਟੀਲਾਈਜੇਸ਼ਨ ਹੁੰਦਾ ਇਹ ਯਾਦ ਰੱਖਣਾ ਹੈ ਤੁਸੀਂ ਇੰਨਾ ਸਮਝ ਆ ਗਿਆ ਤਾਂ ਤੁਹਾਨੂੰ ਬਾਕੀ ਤੁਸੀਂ ਆਪ ਹੀ ਲਿਖ ਸਕਦੇ ਹੋ ਠੀਕ ਹੈ ਇਹੀ ਡਿਫਰੈਂਸ ਆ ਓਗੋਨੀਆ ਡਿਕਟਿਓਟਾ ਤੇ ਅਦਰ ਮੈਂਬਰਸ
ਹੁਣ ਅਸੀਂ ਜੇ ਗੱਲ ਕਰੀਏ ਐਂਥਰੀਡੀਆ ਤਾਂ ਐਂਥਰੀਡੀਆ ਵੀ ਬੇਟਾ ਇੱਦਾਂ ਹੀ ਡਿਵੈਲਪ ਹੋਣਾ ਆ, ਜਿਹਦੇ ਵਿੱਚ ਐਂਥਰੀਡੀਆ ਡਿਵੈਲਪ ਹੋਣਾ ਆ ਪੂਰੇ ਗੁੱਛੇ ਨੂੰ ਅਸੀਂ ਐਂਥਰੀਡੀਅਲ ਸੋਰਾਏ ਕਹਿ ਦਿੰਦੇ ਆ। ਔਰ ਇਹ ਵੀ ਡਿਵੈਲਪ ਹੁੰਦਾ ਆ ਔਨ ਕਿਸੇ ਵੀ ਸਰਫੇਸ ਆਫ ਮੇਲ ਗੈਮੀਟੋਫਾਈਟ ਹੈ ਨਾ। ਔਰ ਐਂਥਰੀਡੀਅਮ ਜਿਹੜਾ ਆ ਮੇਲ ਸੋਰਸ ਦੇ ਵਿੱਚ ਡਿਵੈਲਪ ਇਹ ਵੀ ਸਿੰਗਲ ਸੁਪਰਫਿਸ਼ੀਅਲ ਸੈੱਲ ਤੋਂ ਹੀ ਡਿਵੈਲਪ ਹੁੰਦਾ ਆ। ਔਰ ਜਿਹੜੇ ਸੈੱਲ ਤੋਂ ਇਹਨੇ ਡਿਵੈਲਪ ਹੋਣਾ ਸ਼ੁਰੂ ਹੋਣਾ ਉਹਨੂੰ ਅਸੀਂ ਐਂਥਰੀਡੀਅਲ ਇਨੀਸ਼ੀਅਲ ਕਹੀਦਾ ਆ। ਇਹ ਵੀ ਲੰਬਾ ਹੁੰਦਾ ਆ ਅਤੇ ਡਿਵਾਈਡ ਹੁੰਦਾ ਏਸਿਮੈਟ੍ਰਿਕਲੀ, ਟਰਾਂਸਵਰਸ ਮਤਲਬ ਇਸ ਤਰ੍ਹਾਂ ਸਾਈਡ 'ਤੇ, ਟਰਾਂਸਵਰਸ ਮੀਨਸ ਆਹ ਵਾਲੀ ਡਿਵੀਜ਼ਨ, ਸਾਈਡ 'ਤੇ ਡਿਵੀਜ਼ਨ। ਔਰ ਇਹ ਵੀ ਦੋ ਹੀ ਸੈੱਲ ਬਣਾਉਂਦਾ ਆ, ਥੱਲੇ ਵਾਲਾ ਸਟਾਕ ਹੋਣਾ ਆ, ਉੱਪਰ ਵਾਲਾ ਜਿਹੜਾ ਆ ਉਹ ਐਂਥਰੀਡੀਅਲ ਸੈੱਲ ਹੋਣਾ ਆ। ਅਤੇ ਜਿਹੜਾ ਹੁਣ ਐਂਥਰੀਡੀਅਲ ਸੈੱਲ ਦੇ ਵਿੱਚ ਇਹਦੇ ਵਿੱਚ ਪਹਿਲਾਂ ਵਰਟੀਕਲ ਡਿਵੀਜ਼ਨ ਹੋਣੀ ਆ ਅਤੇ ਫਿਰ ਵਰਟੀਕਲ ਡਿਵੀਜ਼ਨ ਹੋਣੀ ਆ, ਤਾਂ ਇਸ ਤਰ੍ਹਾਂ ਫਿਰ ਟਰਾਂਸਵਰਸ ਡਿਵੀਜ਼ਨ ਹੋਣੀ ਆ। ਤਾਂ ਇਸ ਤਰ੍ਹਾਂ 1 2 3 4 ਸੈੱਲਸ ਇਹ ਬਣ ਜਾਣੇ ਆ। ਵਰਟੀਕਲ ਡਿਵੀਜ਼ਨ, ਫਿਰ ਵਰਟੀਕਲ ਡਿਵੀਜ਼ਨ, ਫਿਰ ਟਰਾਂਸਵਰਸ ਡਿਵੀਜ਼ਨ। ਤਾਂ ਇੱਦਾਂ ਵਰਟੀਕਲ ਟਰਾਂਸਵਰਸ ਡਿਵੀਜ਼ਨ ਹੋਣ ਨਾਲ 4 ਸੈੱਲਸ ਜਿਹੜੇ ਆ ਬਣ ਜਾਣੇ ਆ। 4 ਸੈੱਲ ਸਟੇਜ ਅਸੀਂ ਉਹਨੂੰ ਕਹਿ ਦਿੰਦੇ ਹਾਂ। ਅਤੇ ਮੋਰ ਵਰਟੀਕਲ, ਇੱਦਾਂ ਹੀ ਵਰਟੀਕਲ ਟਰਾਂਸਵਰਸ ਡਿਵੀਜ਼ਨ ਹੋਈ ਜਾਣੀ ਹੈ ਜਦ ਤੱਕ ਕਿ ਪੂਰਾ ਐਂਥਰੀਡੀਅਮ ਆ ਜਿੰਨਾ ਲੰਬਾ ਆ ਇਹਦੇ ਵਿੱਚ ਇਸ ਤਰ੍ਹਾਂ ਡਿਵੀਜ਼ਨ ਹੋਈ ਜਾਣੀ ਹੈ ਪੂਰੇ ਥਰੂ ਆਊਟ ਦਾ ਲੈਂਥ। ਅਤੇ ਇਹਦੇ ਨਾਲ ਜਿਹੜਾ ਐਂਥਰੀਡੀਅਮ ਆ ਉਹ ਕਿਵੇਂ ਦਾ ਹੋ ਜਾਣਾ ਆ, ਮਲਟੀ ਸੈਲੂਲਰ ਬਣ ਨਹੀਂ ਜਾਂਦਾ। ਦੇਖੋ ਆ ਡਾਇਗਰਾਮ ਦੇ ਵਿੱਚ ਸੇਮ ਜਿਵੇਂ ਆਪਾਂ ਊਗੋਨੀਆ ਪੜ੍ਹਿਆ ਆ, ਇਸੇ ਤਰ੍ਹਾਂ ਕਿਸੇ ਵੀ ਇੱਕ ਸੈੱਲ ਤੋਂ ਪਹਿਲਾਂ ਇਹਦੀ ਡਿਵੀਜ਼ਨ ਸਟਾਰਟ ਹੁੰਦੀ ਆ। ਆ ਮੰਨ ਲਓ ਉੱਪਰ ਨੂੰ ਵਧਿਆ, ਫਿਰ ਇਹ 'ਚ ਵਰਟੀਕਲ ਡਿਵੀਜ਼ਨ ਹੋ ਗਈ ਆ ਵਾਲੀ ਇਸ ਤਰ੍ਹਾਂ, ਫਿਰ ਵਰਟੀਕਲ ਡਿਵੀਜ਼ਨ ਹੋ ਗਈ, ਫਿਰ ਇੱਦਾਂ ਟਰਾਂਸਵਰਸ ਡਿਵੀਜ਼ਨ ਹੋ ਗਈ। ਤਾਂ 4 ਸੈੱਲ, ਫਿਰ 8 ਸੈੱਲ, 16 ਸੈੱਲ ਸਟੇਜ, ਇੱਦਾਂ 24 ਵੀ ਹੋ ਸਕਦੇ ਆ। ਇਹ ਡਿਪੈਂਡ ਕਰੂਗਾ ਕਿੰਨੀ ਲੈਂਥ ਆ ਐਂਥਰੀਡੀਅਮ ਦੀ। ਤਾਂ 16 to 32 ਟਰਾਂਸਵਰਸ ਕੰਪਾਰਟਮੈਂਟਸ ਆ ਦੇਖੋ ਇੱਦਾਂ ਜਿਹੜੇ ਚੈਂਬਰਸ ਬਣੇ ਹੋਏ ਆ ਇਸ ਤਰ੍ਹਾਂ ਦੇ। ਇਸ ਤਰ੍ਹਾਂ 32 ਵੀ ਹੋ ਸਕਦੇ ਆ, 20 24 ਲੌਂਗੀਚਿਊਡਨਲ ਮਤਲਬ ਇੱਦਾਂ ਲੰਬਾਈ 'ਚ ਇੰਨੇ ਸੈੱਲ, 24 ਸੈੱਲ ਵੀ ਬਣ ਸਕਦੇ ਆ, ਕਿਸੇ 'ਚ 32 ਵੀ ਬਣ ਸਕਦੇ ਆ। ਇਹ ਵੇਰੀ ਕਰੂਗਾ, ਡਿਪੈਂਡ ਕਰੂਗਾ। ਫਾਈਨਲੀ ਜਿਹੜਾ ਇਹਦੇ ਅੰਦਰ ਵੀ ਪ੍ਰੋਟੋਪਲਾਸਮ ਹੁੰਦਾ ਆ ਹਰ ਸੈੱਲ ਦੇ ਅੰਦਰ, ਉਹ ਟਰਾਂਸਫਾਰਮ ਹੋ ਕੇ ਕੀ ਬਣਾਊਗਾ, ਐਂਥੀਰੋਜ਼ੋਇਡ। ਉਹ ਐਂਥੀਰੋਜ਼ੋਇਡ ਜਿਹੜਾ ਆ ਪੀਅਰ ਸ਼ੇਪਡ ਹੁੰਦਾ ਹੈ। ਪਾਇਰੀਫਾਰਮ ਮਤਲਬ ਪੀਅਰ ਸ਼ੇਪਡ, ਉਹ ਫਲੈਜੀਲੇਟਡ ਹੋਏਗਾ। ਅਸੀਂ ਦੇਖ ਲੈਂਦੇ ਹਾਂ ਡਾਇਗਰਾਮ। ਔਰ ਲਗਭਗ 1500 ਐਂਥੀਰੋਜ਼ੋਇਡਸ ਜਿਹੜੇ ਆ ਬਣਦੇ ਆ। ਤਾਂ ਦੇਖੋ ਬੇਟਾ ਅੰਦਰ ਇਹਦੇ ਅੰਦਰ ਹੁਣ ਆ ਜਿਹੜਾ ਪ੍ਰੋਟੋਪਲਾਸਮ ਆ ਇਹ ਵੀ ਇਸ ਤਰ੍ਹਾਂ ਲੌਂਗੀਚਿਊਡਨਲ ਟਰਾਂਸਵਰਸ ਡਿਵੀਜ਼ਨ ਕਰਕੇ ਕਿੰਨੀਆਂ ਦੇਖੋ ਅੰਦਰ ਆਹ ਚੈਂਬਰਸ ਜਾਂ ਖਾਨੇ ਅਸੀਂ ਕਹਿ ਸਕਦੇ ਹਾਂ ਬਣ ਗਏ ਆ। ਹੁਣ ਇਹਦੇ ਤੋਂ ਹਰ ਜਿਹੜਾ ਪ੍ਰੋਟੋਪਲਾਸਮਿਕ ਪੀਸ ਆ, ਹਰ ਪੀਸ ਆ ਜਿਹੜਾ ਸਕੇਅਰ ਬਣਿਆ, ਹਰ ਪੀਸ ਤੋਂ ਆਹ ਵਾਲਾ ਐਂਥੀਰੋਜ਼ੋਇਡ ਬਣਨਾ ਆ। ਇਹ ਐਂਥੀਰੋਜ਼ੋਇਡ ਪਾਇਰੀਫਾਰਮ ਹੁੰਦਾ ਹੈ ਅਤੇ ਇਹਦਾ ਫਲੈਜੇਲਾ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ। ਕਿਵੇਂ ਦਾ ਫਲੈਜੇਲਾ ਉਹ ਅਸੀਂ ਦੇਖਦੇ ਹਾਂ। ਹੁਣ ਆਹ ਜਿਹੜਾ ਪੂਰਾ ਹੈਗਾ ਜਿਹਦੇ ਵਿੱਚ ਇੰਨੇ ਐਂਥਰੀਡੀਆਸ ਡਿਵੈਲਪ ਹੋ ਰਹੇ ਆ ਜਾਂ ਐਂਥਰੀਡੀਅਲ ਸੈੱਲ ਬਣ ਰਹੇ ਆ, ਉਹਨੂੰ ਅਸੀਂ ਐਂਥਰੀਡੀਅਲ ਸੋਰਸ ਕਹਿੰਦੇ ਆ ਗਰੁੱਪ। ਇਹ ਸਾਰੇ ਇੱਕ ਢੱਕਣ ਨਾਲ ਢਕੇ ਹੁੰਦੇ ਆ। ਆਲੇ ਦੁਆਲੇ ਆ ਸਟੀਰਾਈਲ ਸੈੱਲਸ ਆ ਜਿਹੜੇ ਰੀਪਰੋਡਕਸ਼ਨ 'ਚ ਨਹੀਂ ਹੈਲਪ ਕਰਦੇ। ਇਹਨਾਂ ਨਾਲ ਅਸੀਂ ਇਹ ਜਸਟ ਫॉर ਪ੍ਰੋਟੈਕਸ਼ਨ ਹੁੰਦੇ ਆ। ਉੱਪਰ ਕਿਊਟੀਕਲ, ਠੀਕ ਹੈ। ਐਂਥਰੀਡੀਅਲ ਸੈੱਲ ਜਿਹੜਾ ਆ ਉਹ ਸਟਾਕ ਔਰ ਐਂਥਰੀਡੀਅਮ ਜਿਹੜਾ ਆ ਉਹ ਥੱਲੇ ਸਟਾਕ ਛੋਟਾ ਔਰ ਉੱਪਰ ਲੰਬਾ ਐਂਥਰੀਡੀਅਲ ਸੈੱਲ ਦੇ ਵਿੱਚ ਡਿਵਾਈਡਡ ਹੁੰਦਾ ਹੈ। ਸੋ ਕੰਬਾਈਨਲੀ ਅਸੀਂ ਆ ਸਟਾਕ ਔਰ ਆ ਐਂਥਰੀਡੀਅਲ ਸੈੱਲ, ਤਾਂ ਕੰਬਾਈਨਲੀ ਇਹਨੂੰ ਅਸੀਂ ਕਹਿ ਦੇਣਾ ਐਂਥਰੀਡੀਅਮ। ਬਹੁਤ ਸਾਰੇ ਐਂਥਰੀਡੀਅਮ ਜਦੋਂ ਗਰੁੱਪ 'ਚ ਪ੍ਰੈਜ਼ੈਂਟ ਹੁੰਦੇ ਉਹਨੂੰ ਅਸੀਂ ਐਂਥਰੀਡੀਅਲ ਸੋਰਸ ਕਹਿ ਦਈਦਾ ਹੈ ਕਿ ਨਿਊਕਲੀਆਈ ਪ੍ਰੋਟੋਪਲਾਸਮ ਇਹ ਤਾਂ ਸਭ ਪ੍ਰੈਜ਼ੈਂਟ ਹੋਣੇ ਆ।
ਤਾਂ ਇਸ ਤਰ੍ਹਾਂ ਐਂਥੀਰੋਜ਼ੋਇਡ ਬਣ ਜਾਂਦਾ ਆ। ਔਰ ਐਂਥੀਰੋਜ਼ੋਇਡ ਪਾਇਰੀਫਾਰਮ ਹੁੰਦਾ ਆ। ਇਹਦੇ ਵਿੱਚ ਨਿਊਕਲੀਅਸ ਹੁੰਦਾ ਆ, ਕ੍ਰੋਮੈਟੋਫੋਰਸ ਹੁੰਦੇ ਆ, ਬਹੁਤ ਘੱਟ ਰਿਡਿਊਸਡ ਹੁੰਦੇ ਆ, ਅਸੀਂ ਕਹਿ ਸਕਦੇ ਹਾਂ। ਟਿਪ 'ਤੇ ਪ੍ਰੈਜ਼ੈਂਟ ਹੁੰਦੇ ਆ ਉੱਪਰਲੇ ਪਾਸੇ। ਫਲੈਜੇਲਮ ਜਿਹੜਾ ਇਹਦੇ ਵਿੱਚ ਹੈਗਾ ਉਹ ਟਿਨਸਲ ਫਲੈਜੇਲਾ ਆ। ਟਿਨਸਲ ਮਤਲਬ ਰਫ ਅਤੇ ਛੋਟਾ, ਵਿਪਲੈਸ਼ ਲੰਬਾ ਅਤੇ ਸਮੂਥ ਉਹਦੀ ਸਰਫੇਸ ਹੁੰਦੀ ਆ। ਪੜ੍ਹਿਆ ਹੋਇਆ ਅਸੀਂ। ਪੋਸਟੀਰੀਅਰ ਸਾਈਡ ਮਤਲਬ ਪਿੱਛੇ ਤੋਂ ਨਿਕਲਦਾ ਆ। ਹੁਣ ਕੀ ਹੋਣਾ ਆ, ਇਹਦੇ ਵਿੱਚ ਵੀ ਐਂਥਰੀਡੀਅਲ ਵਾਲ ਜਿਹੜੀ ਆ ਉਹ ਫਟਣੀ ਆ, ਅਤੇ ਐਂਥਰੀਡੀਅਲ ਵਾਲ ਜਾਂ ਐਂਥਰੀਡੀਅਮ ਦੀ ਵਾਲ ਫਟਣੀ ਆ। ਔਰ ਵਾਲ ਫਟ ਕੇ ਕੀ ਹੋਣਾ ਆ, ਜਿਹੜੇ ਐਂਥੀਰੋਜ਼ੋਇਡਸ ਆ ਉਹ ਬਾਹਰ ਲਿਬਰੇਟ ਹੋਣੇ ਆ। ਔਰ ਐਂਥੀਰੋਜ਼ੋਇਡਸ 1500 1800 ਬਹੁਤ ਸਾਰੇ ਬਣਦੇ ਆ, ਇੱਕ ਨਹੀਂ ਬਣਦਾ ਹੈਗਾ, ਬਹੁਤ ਸਾਰੇ ਬਣਦੇ ਆ। ਹੁਣ ਜਦੋਂ ਐਂਥਰੀਡੀਅਮ ਫਟਣਾ ਆ ਤਾਂ ਉਹਦੇ ਵਿੱਚੋਂ ਇੱਕ ਲਿਕੁਇਡ ਜਿਹਾ ਨਿਕਲਣਾ ਆ, ਜਿਹਨੂੰ ਆਪਾਂ ਕਹਿੰਦੇ ਹਾਂ ਮਿਊਸਿਲੇਜੀਨਸ ਸਬਸਟਾਂਸ ਜਾਂ ਲਿਕੁਇਡ ਜਾਂ ਮੈਟ੍ਰਿਕਸ। ਇਹਦੇ ਨਾਲ ਹੀ ਲਿਕੁਇਡ ਚੇਸ 'ਚ ਬਹੁਤ ਸਾਰੇ ਐਂਥੀਰੋਜ਼ੋਇਡਸ ਜਿਹੜੇ ਆ ਉਹ ਬਾਹਰ ਨਿਕਲਣੇ ਆ। ਅਤੇ ਐਂਥੀਰੋਜ਼ੋਇਡਸ ਜਿਹੜੇ ਆ ਉਹ ਅਰਲੀ ਮਾਰਨਿੰਗ 'ਚ ਨਿਕਲਦੇ ਆ। ਇਹ ਖਾਸ ਧਿਆਨ ਰੱਖਣਾ ਆ ਤੁਸੀਂ ਡਿਕਟਿਓਟਾ ਦੇ ਵਿੱਚ। ਇਹ ਦੇਖਿਆ ਗਿਆ ਆ ਕਿ ਐਂਥੀਰੋਜ਼ੋਇਡਸ ਡਾਇਕੋਟੋਮਾ ਦਾ ਇਹ ਮੰਥਲੀ ਮਤਲਬ ਇੱਕ ਮੰਥ ਬਾਅਦ ਲਿਬਰੇਟ ਹੁੰਦੇ ਰਹਿੰਦੇ ਆ। ਚਲੋ ਇਹ ਸਪੀਸ਼ੀਜ਼ ਟੂ ਸਪੀਸ਼ੀਜ਼ ਵੇਰੀ ਕਰੂਗਾ। ਹੁਣ ਜਿਹੜਾ ਡਿਕਟਿਓਟਾ 'ਚ ਮੇਨ ਚੀਜ਼ ਧਿਆਨ ਰੱਖਣੀ ਆ ਕਿ ਫਰਟੀਲਾਈਜੇਸ਼ਨ ਇਹਦੇ ਵਿੱਚ ਐਕਸਟਰਨਲ ਹੁੰਦਾ ਆ। ਬਾਕੀ ਸਾਰਿਆਂ ਦੇ ਵਿੱਚ ਇੰਟਰਨਲ ਸੀਗਾ, ਡਿਕਟਿਓਟਾ ਦੇ ਵਿੱਚ ਐਕਸਟਰਨਲ ਹੁੰਦਾ ਆ। ਔਰ ਪਾਣੀ ਦੇ ਵਿੱਚ ਹੁੰਦਾ ਆ। ਕੀ ਹੋਣਾ ਆ, ਓਵਾ ਜਾਂ ਐਗ ਜਿਹੜਾ ਲਿਬਰੇਟਡ ਹੁੰਦਾ ਆ, ਬਾਹਰ ਨਿਕਲਦਾ ਆ ਓਗੋਨੀਅਲ ਸੋਰਾਏ ਤੋਂ। ਔਰ ਜਿਹੜਾ ਐਂਥੀਰੋਜ਼ੋਇਡਸ ਗੁੱਛਿਆਂ 'ਚ ਇੰਨੇ ਨੰਬਰਾਂ 'ਚ ਜਿਹੜੇ ਬਾਹਰ ਨਿਕਲਦੇ ਆ ਐਂਥਰੀਡੀਅਲ ਸੋਰਾਏ ਤੋਂ, ਤਾਂ ਐਗ ਨੇ ਜਾਂ ਓਵਮ ਨੇ ਇੱਕ ਕੈਮੀਕਲ ਸਿਕਰੀਟ ਕਰਨਾ ਆ। ਉਸ ਕੈਮੀਕਲ ਦੀ ਸਮੈਲ ਨਾਲ ਸਾਰੇ ਐਂਥੀਰੋਜ਼ੋਇਡਸ ਜਿਹੜੇ ਆ ਅਟਰੈਕਟ ਹੋ ਜਾਣੇ ਆ ਟੂਵਰਡਸ ਦੈਟ ਓਵਮ। ਲਾਰਜ ਨੰਬਰ ਆਫ ਐਂਥੀਰੋਜ਼ੋਇਡਸ ਅਟਰੈਕਟ ਹੋਣੇ ਆ ਐਗ ਨਾਲ, ਔਰ ਉਹਨਾਂ ਨੇ ਸਾਰਿਆਂ ਨੇ ਆਪਣੇ ਫਲੈਜੈਲਾ ਦੇ ਦੁਆਰਾ ਉਸ ਐਗ ਦੇ ਆਲੇ ਦੁਆਲੇ ਚਿਪਕ ਜਾਣਾ ਆ। ਇੱਕ ਗੁੱਛਾ ਫਾਰਮ ਕਰ ਲੈਣਾ ਐਗ ਦੇ ਆਲੇ ਦੁਆਲੇ। ਲੇਕਿਨ ਇੱਕੋ ਹੀ ਇੱਕ ਐਂਥੀਰੋਜ਼ੋਇਡ ਫਿਊਜ਼ ਕਰੂਗਾ ਵਿਦ ਦਾ ਐਗ ਟੂ ਫਾਰਮ ਜ਼ਾਈਗੋਟ। ਠੀਕ ਹੈ, ਜ਼ਾਈਗੋਟ ਬਣ ਗਿਆ। ਹੁਣ ਜ਼ਾਈਗੋਟ ਨੇ ਜਰਮੀਨੇਟ ਹੋ ਕੇ ਕੀ ਬਣਾਉਣਾ ਆ, ਦੇਖੋ ਸਪੋਰਸ ਨੇ ਬਣਾਇਆ ਸੀ ਗੈਮੀਟੋਫਾਈਟ, ਔਰ ਜ਼ਾਈਗੋਟ ਨੇ ਜਰਮੀਨੇਟ ਹੋ ਕੇ ਬਣਾਉਣਾ ਆ ਸਪੋਰੋਫਾਈਟ। ਇਹ ਤੁਸੀਂ ਲਿਖ ਲੈਣਾ ਆ ਕਿਤੇ ਵੀ, ਬਾਰ ਇਹੀ ਚੀਜ਼ ਆਣੀ ਆ। ਬਸ ਫਿਰ ਜਰਮੀਨੇਸ਼ਨ ਆਫ ਜ਼ਾਈਗੋਟ ਹੋ ਗਿਆ ਤਾਂ ਲਾਈਫ ਸਾਈਕਲ ਜਿਹੜਾ ਉਹ ਕੰਪਲੀਟ ਹੋ ਜਾਣਾ ਆ ਬੇਟਾ। ਜ਼ਾਈਗੋਟ ਜਰਮੀਨੇਟ ਹੋਊਗਾ ਤਾਂ ਉੱਪਰ ਨੂੰ ਜਿਹੜਾ ਪ੍ਰੋਟਰੂਡ ਕਰੂਗਾ ਉਹ ਥੈਲਾਇਡ ਬਾਡੀ ਬਣਾਊਗਾ, ਥੱਲੇ ਨੂੰ ਰਾਈਜ਼ੋਇਡਸ ਬਣਾਊਗਾ। ਇਸ ਤਰ੍ਹਾਂ ਪੂਰਾ ਡਿਵੀਜ਼ਨ ਹੋ ਕੇ ਪੂਰਾ ਇੱਕ ਨਵਾਂ ਡਿਕਟਿਓਟਾ ਬਣ ਜਾਣਾ ਆ, ਉਹ ਸਪੋਰੋਫਿਟਿਕ ਹੋਏਗਾ। ਹੁਣ ਪ੍ਰੋਸੈਸ ਆਫ ਫਰਟੀਲਾਈਜੇਸ਼ਨ ਜਿਹੜਾ ਆ ਉਹ ਇਮੀਡੀਏਟਲੀ ਹੋ ਜਾਂਦਾ ਆ ਜਿੱਦਾਂ ਹੀ ਐਗਸ ਲਿਬਰੇਟ ਹੁੰਦੇ ਆ। ਬਾਕੀਆਂ 'ਚ ਤੁਸੀਂ ਪੜ੍ਹਿਆ ਸੀਗਾ ਕਿ ਰੈਸਟਿੰਗ ਕੰਡੀਸ਼ਨ 'ਚ ਹੁੰਦੇ ਆ, ਚਾਹੇ 2 ਮੰਥ ਚਾਹੇ 15 ਦਿਨ ਰੈਸਟ ਕਰਕੇ ਫਿਰ ਜਰਮੀਨੇਟ ਹੁੰਦਾ ਜਿਹੜਾ ਜ਼ਾਈਗੋਟ ਸੀਗਾ। ਪਰ ਇਹਦੇ ਵਿੱਚ ਨਾਲ ਹੀ ਜਰਮੀਨੇਸ਼ਨ ਜਾਂ ਫਰਟੀਲਾਈਜੇਸ਼ਨ ਹੋ ਜਾਂਦਾ ਆ, ਕਿਉਂਕਿ ਓਵਮ ਜਿਹੜਾ ਫਰਟੀਲਾਈਜ਼ ਨਾਲ ਹੀ ਹੋ ਜਾਂਦਾ ਆ। ਮੈਂ ਪਹਿਲਾਂ ਜ਼ਾਈਗੋਟ ਕਹਿਤਾ ਆ, ਓਵਮ ਦੀ ਗੱਲ ਕਰਦੀ ਹਾਂ। ਓਵਮ ਜਿੱਦਾਂ ਹੀ ਲਿਬਰੇਟ ਹੋਣਾ ਆ ਉੱਦਾਂ ਹੀ ਫਰਟੀਲਾਈਜੇਸ਼ਨ ਹੋ ਜਾਣਾ। ਜੇ ਉਹ ਨਾ ਹੋ ਪਾਇਆ ਤਾਂ ਉਹਨੇ ਆਪਣੇ ਆਲੇ ਦੁਆਲੇ ਵਾਲ ਸਿਕਰੀਟ ਕਰ ਲੈਣੀ ਔਰ ਉਹਨੇ ਅਨਫਰਟੀਲਾਈਜ਼ਡ ਰਹਿ ਜਾਣਾ ਆ। ਇਸ ਕਰਕੇ ਅਨਫਰਟੀਲਾਈਜ਼ਡ ਜਿਹੜਾ ਓਵਮ ਆ ਉਹ ਵੀ ਕਿਸੇ ਨਾ ਕਿਸੇ ਤਰੀਕੇ ਜਰਮੀਨੇਟ ਹੋ ਜਾਣਾ ਪਾਰਥੀਨੋਜੈਨੇਟਿਕਲੀ। ਜਿਹੜਾ ਆਪਾਂ ਪੜ੍ਹਦੇ ਹਾਂ ਕਿ ਵਿਦਾਊਟ ਫਿਊਜ਼ਨ ਆਫ ਮੇਲ ਔਰ ਫੀਮੇਲ ਗੈਮੇਟਸ ਦੇ ਫਿਊਜ਼ਨ ਦੇ ਬਿਨਾਂ ਹੀ
ਡਿਵੈਲਪ ਹੋ ਜਾਂਦਾ ਹੈ, ਉਹ ਇੱਦਾਂ ਜਰਮੀਨੇਟ ਹੋਏਗਾ, ਪਰ ਸੈਕਸ਼ੁਅਲੀ ਨਹੀਂ ਉਹ ਹੋਏਗਾ। ਸੈਕਸ਼ੁਅਲ ਦੇ ਵਿੱਚ ਨਾਲ ਹੀ ਫਰਟੀਲਾਈਜੇਸ਼ਨ ਹੋਣਾ ਜ਼ਰੂਰੀ ਆ। ਹੁਣ ਜ਼ਾਈਗੋਟ ਬਣ ਗਿਆ, ਉਹਦਾ ਜਰਮੀਨੇਸ਼ਨ ਹੋਣਾ ਜ਼ਰੂਰੀ ਆ। ਜਰਮੀਨੇਟ ਹੋ ਕੇ ਉਹ ਨਵਾਂ ਥੈਲਸ ਜਿਹੜਾ ਆ ਫਾਰਮ ਕਰੇਗਾ। ਤਾਂ ਕਿੱਦਾਂ ਆ ਜ਼ਾਈਗੋਟ ਬਣਿਆ? ਜ਼ਾਈਗੋਟ ਪਹਿਲਾਂ ਛੋਟਾ ਹੁੰਦਾ ਆ, ਇਹਦਾ ਸਾਈਜ਼ ਜਿਹੜਾ ਉਹ ਇਨਕਰੀਜ਼ ਹੋਣਾ ਆ, ਅਤੇ ਇਸ ਜ਼ਾਈਗੋਟ ਨੇ ਆਪਣੇ ਆਲੇ ਦੁਆਲੇ ਇੱਕ ਵਾਲ ਸਿਕਰੀਟ ਕਰ ਲੈਣੀ ਆ, ਇਹਨੂੰ ਸੈੱਲ ਵਾਲ ਕਹਿੰਦੇ ਆ। ਔਰ ਇਹਨੇ ਸਬਸਟ੍ਰੈਟਮ 'ਤੇ ਪਿਆ ਰਹਿਣਾ ਆ। ਇਹਨੇ ਜਰਮੀਨੇਸ਼ਨ ਜਿਹੜੀ ਆ ਇਮੀਡੀਏਟਲੀ ਵਿਦਾਊਟ ਰੈਸਟਿੰਗ ਪੀਰੀਅਡ। ਤਾਂ ਜ਼ਾਈਗੋਟ ਦਾ ਜਰਮੀਨੇਸ਼ਨ ਵੀ ਕੋਈ ਰੈਸਟਿੰਗ ਕੰਡੀਸ਼ਨ ਨਹੀਂ ਹੋਣੀ, ਨਾਲ ਹੀ ਸਟਾਰਟ ਹੋ ਜਾਂਦਾ ਆ ਜਰਮੀਨੇਸ਼ਨ ਆਫ ਜ਼ਾਈਗੋਟ। ਜਿਹੜਾ ਨਿਊਕਲੀਅਸ ਹੁੰਦਾ ਜ਼ਾਈਗੋਟ ਦੇ ਵਿੱਚ, ਉਹ ਡਿਪਲੋਇਡ ਹੁੰਦਾ ਆ। ਉਹਨੇ ਮਾਈਟੋਸਿਸ ਦੇ ਦੁਆਰਾ ਡਿਵਾਈਡ ਹੋਣਾ ਆ ਅਤੇ ਫਾਰਮ ਕਰਨੇ ਆ 2 ਡਾਟਰ ਨਿਊਕਲੀਆਈ। ਔਰ ਦੋਨੋਂ ਡਾਟਰ ਨਿਊਕਲੀਆਈ ਜਦੋਂ ਬਣੂਗੇ, ਸਪੋਜ਼ ਡਾਟਰ ਨਿਊਕਲੀਆ ਬਣਿਆ, ਨਿਊਕਲੀਆ, ਇਹਦੇ ਵਿੱਚ ਵਾਲ ਫਾਰਮੇਸ਼ਨ ਹੋ ਜਾਣਾ ਆ। ਵਾਲ ਫਾਰਮੇਸ਼ਨ ਹੋ ਜਾਣਾ ਦੋਨਾਂ 'ਚ। ਦੋਨੋਂ ਸੈੱਲਾਂ ਵਿੱਚੋਂ ਇੱਕ ਨੇ ਡਿਵੈਲਪ ਹੋ ਜਾਣਾ ਆ ਰਾਈਜ਼ੋਇਡਸ। ਜਿੱਦਾਂ 2 ਬਣੇ ਹੈ ਨਾ, ਅਤੇ ਇਹਨੇ ਥੱਲੇ ਵਾਲੇ ਨੇ ਰਾਈਜ਼ੋਇਡਸ ਬਣਾ ਲੈਣੇ ਆ, ਉੱਪਰ ਵਾਲੇ ਨੇ ਡਿਕਟਿਓਟਾ। ਜਿੱਦਾਂ ਤੁਸੀਂ ਪੜ੍ਹਿਆ ਹੀ ਸੀਗਾ ਡਾਇਗਰਾਮ ਫਸਟ ਡੇ ਜਿਹੜਾ ਦੇਖਿਆ ਸੀਗਾ, ਇਨਟੂ ਅਦਰ ਵਨ ਨੇ ਰੀਡਿਵਾਈਡ ਹੋ ਕੇ ਸਪੋਰੋਫਿਟਿਕ ਪਲਾਂਟ ਬਣਾ ਲੈਣਾ ਆ। ਰਿਬਨ ਸ਼ੇਪ ਸਟਾਰਟਿੰਗ 'ਚ ਹੁੰਦਾ ਆ, ਹੌਲੀ ਹੌਲੀ ਥੋੜ੍ਹਾ ਲੰਬਾ ਹੋ ਜਾਣਾ ਆ। ਤਾਂ ਪੂਰਾ ਉਹੀ ਸਟਰਕਚਰ ਜਿਹੜਾ ਇਸ ਤਰ੍ਹਾਂ ਦਾ, ਅਪਰ ਐਪੀਡਰਮਿਸ, ਉੱਪਰ ਐਪੀਕਲ ਸੈਲਸ ਅਤੇ ਸੈਂਟਰ ਵਾਲੇ ਸੈਲਸ। ਤਾਂ ਪੂਰਾ ਡਿਕਟਿਓਟਾ ਉਵੇਂ ਦਾ ਬਣ ਜਾਣਾ ਆ, ਪਰ ਇਹ ਸਪੋਰੋਫਿਟਿਕ ਪਲਾਂਟ ਕਹਿਲਾਊਗਾ। ਡਾਇਗਰਾਮ 'ਚ ਕਲੀਅਰ ਕੱਟ ਆ। ਫਿਰ ਬੇਟਾ ਲਾਈਫ ਸਾਈਕਲ ਤਾਂ ਫਿਰ ਸੌਖਾ ਹੀ ਆ, ਸਾਰਾ ਹੀ ਡਾਇਗਰਾਮਸ ਤੁਸੀਂ ਬਣਾਉਣੇ ਆ। ਲਾਈਫ ਸਾਈਕਲ 2 ਫੇਸਿਸ 'ਚ ਕੰਪਲੀਟ ਹੁੰਦਾ ਆ, ਸਪੋਰੋਫਿਟਿਕ ਫੇਸ ਅਤੇ ਗੈਮੀਟੋਫਿਟਿਕ ਫੇਸ ਅਸੀਂ ਦੇਖ ਲਿਆ। ਹੁਣ ਤਾਂ ਤੁਹਾਨੂੰ ਰੱਟ ਵੀ ਗਿਆ ਹੋਣਾ ਆ। ਤਾਂ ਜਿਹੜਾ ਡਿਪਲੋਇਡ ਸਪੋਰੋਫਿਟਿਕ ਥੈਲਸ ਆ, ਉਹ ਸਪਰੈਂਜੀਆ ਬਣਾਉਂਦਾ ਆ। ਟੈਟਰਾਸਪਰੈਂਜੀਆ ਜਿਹੜਾ ਅਸੀਂ ਪੜ੍ਹਿਆ ਆ, ਜਿਹੜਾ ਮੀਓਸਿਸ ਤੋਂ ਬਾਅਦ ਹੈਪਲੋਇਡ ਸਪੋਰਸ ਬਣਾਉਂਦਾ ਆ, ਅਤੇ ਉਹ ਸਪੋਰਸ ਜਰਮੀਨੇਟ ਹੁੰਦੇ ਆ ਟੂ ਫਾਰਮ ਗੈਮੀਟੋਫਿਟਿਕ ਥੈਲਾਏ। ਸਪੋਰਸ ਤੋਂ ਗੈਮੀਟੋਫਾਈਟ, ਜ਼ਾਈਗੋਟ ਤੋਂ ਸਪੋਰੋਫਾਈਟ। ਬਸ ਜੇ ਇਹ ਯਾਦ ਆ ਤਾਂ ਸਾਰਾ ਚੀਜ਼ਾਂ ਤੁਹਾਨੂੰ ਯਾਦ ਹੋ ਜਾਣੀਆਂ। ਹੁਣ ਮੇਲ ਗੈਮੀਟੋਫਿਟਿਕ ਥੈਲਸ ਜਿਹੜਾ ਆ, ਉਹ ਐਂਥਰੀਡੀਆ ਬਣਾਉਂਦਾ ਆ। ਫੀਮੇਲ ਗੈਮੀਟੋਫਾਈਟਿਕ ਓਗੋਨੀਆ ਬਣਾਉਂਦਾ ਆ। ਫਿਰ ਫਰਟੀਲਾਈਜੇਸ਼ਨ ਆਫ ਓਵਮ ਅਕਰਸ externally. Haploid antherozoid fuses with haploid ovum to form diploid zygote, है ना। zygote बन गया, फिर नवा थैलस बन गया। नवा थैलस बन गया मतलब लाइफ साइकिल कंप्लीट हो गया। ਇਹਦੇ ਵਿੱਚ ਹੁਣ ਤੁਸੀਂ ਇਹ ਯਾਦ ਰੱਖਣਾ ਆ ਕਿ ਗੈਮੀਟੋਫਾਈਟ ਜਿਹੜਾ ਬਣਦਾ ਆ ਥੈਲਸ, ਔਰ ਸਪੋਰੋਫਿਟਿਕ ਥੈਲਸ ਜਿਹੜਾ ਬਣਦਾ ਆ, ਉਹ ਮੋਰਫੋਲੋਜੀਕਲੀ ਸਿਮਿਲਰ ਹੁੰਦੇ ਆ। ਮੋਰਫੋਲੋਜੀਕਲ ਸਿਮਿਲਰ ਹੁੰਦੇ ਆ, ਤਾਂ ਕਰਕੇ ਆਪਾਂ ਇਹਨੂੰ ਆਈਸੋਮੋਰਫਿਕ ਟਾਈਪ ਆਫ ਆਲਟਰਨੇਸ਼ਨ ਆਫ ਜਨਰੇਸ਼ਨ ਕਹਿੰਦੇ ਆ। ਸਾਰੇ ਡਾਇਗਰਾਮਸ ਇਹੀ ਆ ਬੇਟਾ ਜੋ ਆਪਾਂ ਪੜ੍ਹੇ ਆ। ਸੋ ਅਗਰ ਨਹੀਂ ਸਮਝ ਆਇਆ ਤਾਂ ਦੁਬਾਰਾ ਪੁੱਛ ਲੈਣਾ। ਔਰ till then keep revising. Goodbye.